सूफी लफज उत्ते इख्तलाफ ਅਤੇ ਮੁਬਾਲਗਾ ਮੌਜੂਦ ਹੈ। ਤਸੱਵੁਫ ਦੀਆਂ ਤਰੀਕਤਾਂ ਹਕੀਕਤਾਂ ਦੇ ਅਹਿਦ ਵਿੱਚ ਕੁਝ ਲੋਕਾਂ ਦਾ ਕਹਿਣਾ ਹੈ ਕਿ ਜੋ ਲੋਕ ਮੱਕਾ ਮਦੀਨਾ ਦੀ ਪਹਿਲੀ ਸਫ਼ ਦੇ ਵਿੱਚ ਯਾਨੀ ਪਹਿਲੀ ਲਾਈਨ ਦੇ ਵਿੱਚ ਖੜਿਆ ਕਰਦੇ ਸੀ ਉਹਨਾਂ ਨੂੰ ਸੂਫੀ ਕਿਹਾ ਜਾਂਦਾ ਸੀ। ਕੁਝ ਦਾ ਕਹਿਣਾ ਹੈ ਕਿ ਜੋ ਸੂਫ ਪਹਿਨਿਆ ਕਰਦੇ ਸੀ ਯਾਨੀ ਇੱਕ ਕਿਸਮ ਦਾ ਕਾਲੇ ਰੰਗ ਦਾ ਰੇਸ਼ਮੀ ਕੱਪੜਾ ਉਹਨਾਂ ਨੂੰ ਸੂਫੀ ਕਿਹਾ ਜਾਂਦਾ ਸੀ। ਪਰ ਇਸ ਦੇ ਉੱਤੇ ਐਨ ਢੁਕਵਾਂ ਪੰਜਾਬੀ ਸੂਫੀ ਸ਼ਾਇਰ ਸਤਿੰਦਰ ਸਰਤਾਜ ਦੀਆਂ ਕੁਝ ਸਤਰਾਂ ਯਾਦ ਆ ਰਹੀਆਂ ਨੇ ਕਿ ਸੂਫੀ ਸਫ਼ ਤੋਂ ਬਣੇ ਨੇ ਜਾਂ ਫਿਰ ਸੂਫ ਨੇ ਬਣਾਏ, ਕਿਹੜੇ ਮੁਲਕਾਂ ਤੋਂ ਇਹੋ ਜਿਹਾ ਫਲਸਫਾ ਲਿਆਏ, ਕਿਹੜੇ ਇਸ਼ਕੇ 'ਚ ਨੱਚੇ, ਕਿਹੜੇ ਇਸ਼ਕੇ 'ਚ ਗਾਏ, ਕਿਹੜੀ ਸੁਰ ਹੈ ਇਲਾਹੀ ਉਹ ਅਲਾਪ ਦਾ, ਮੈਂ ਕੀ ਜਾਣਦਾ ਤਰੀਕਤਾਂ ਹਕੀਕਤਾਂ ਫਕੀਰੀ, ਮੈਨੂੰ ਪਤਾ ਨਹੀਂ ਜੀ ਹਾਲੇ ਖੁਦ ਆਪ ਦਾ। ਸੂਫੀਵਾਦ ਇਸਲਾਮੀ ਗਿਆਨ ਦੀ ਰੌਸ਼ਨੀ ਅਤੇ ਇਸ ਦੀ ਇਤਿਹਾਸਕ ਅਸਲ ਵਿੱਚੋਂ ਹੀ ਪੈਦਾ ਹੋਈ ਇੱਕ ਰਹੱਸਵਾਦੀ ਲਹਿਰ ਹੈ ਜਿਸ ਨੇ ਹਮੇਸ਼ਾ ਕੁਰਾਨੀ ਫਲਸਫੇ ਦੀ ਰੂਹਾਨੀਅਤ ਤੋਂ ਵੀ ਪ੍ਰੇਰਨਾ ਲੈ ਕੇ ਸਮਾਜ ਨੂੰ ਸਹੀ ਰਾਹ ਦਿਖਾਉਣ ਦਾ ਬੀੜਾ ਚੁੱਕਿਆ। ਸੂਫੀਵਾਦ ਦੇ ਇਤਿਹਾਸਕ ਵਿਕਾਸ ਦੇ ਵਿੱਚ ਸੂਫੀ ਸਿਲਸਿਲੇ ਜਾਂ ਸੰਪਰਦਾਵਾਂ ਦੀ ਆਮਦ ਕੇਵਲ ਸੂਫੀਵਾਦ ਦੇ ਦੁਨੀਆ ਭਰ ਵਿੱਚ ਫੈਲਣ ਦਾ ਕਾਰਨ ਹੀ ਨਹੀਂ ਬਣੀ, ਸਗੋਂ ਇਸਲਾਮ ਦੇ ਪਸਾਰ ਅਤੇ ਪ੍ਰਚਾਰ ਦੀ ਵੀ ਬੁਨਿਆਦ ਬਣੀ। ਇਸਲਾਮੀ ਇਤਿਹਾਸ ਗਵਾਹ ਹੈ ਕਿ ਮੁੱਢਲੇ ਮੁਸਲਮਾਨ ਫਕੀਰਾਂ ਅਤੇ ਸੂਫੀਆਂ ਦੇ ਵਿੱਚ ਕੋਈ ਵੀ ਵੱਖਰੀਪਨ ਨਹੀਂ ਸੀ, ਯਾਨੀ ਕੋਈ ਵੀ ਭਿੰਨਤਾ ਨਹੀਂ ਸੀ। ਇਹ ਸਾਰੇ ਲੋਕ ਰਹੱਸਵਾਦੀ ਰੁਚੀਆਂ ਦੇ ਧਾਰਨੀ ਹੋਣ ਦੇ ਕਰਕੇ ਦੁਨਿਆਵੀ ਮਸਲਿਆਂ ਤੋਂ ਦੂਰਿਆ ਕਰਦੇ ਸਨ। ਆਪਣੀ ਆਤਮਿਕ ਪ੍ਰਗਤੀ ਦੇ ਲਈ ਸਾਧਨਾ ਦੇ ਵਿੱਚ ਰੁੱਝੇ ਹੋਏ ਇਹ ਸੂਫੀ ਆਮ ਲੋਕਾਂ ਲਈ ਵੀ ਪ੍ਰੇਰਨਾ ਦੇ ਸਰੋਤ ਸਨ। ਇਹੀ ਕਾਰਨ ਸੀ ਕਿ ਸਮੇਂ-ਸਮੇਂ ਰਾਜਨੀਤਿਕ ਸ਼ਕਤੀਆਂ ਇਹਨਾਂ ਨੂੰ ਇਸਲਾਮ ਦੇ ਪ੍ਰਚਾਰਕ ਸਮਝ ਕੇ ਆਪਣਾ ਸਮਰਥਨ ਅਤੇ ਸਤਿਕਾਰ ਦਿੰਦੀਆਂ ਰਹੀਆਂ। ਇਹਨਾਂ ਮੁੱਢਲੇ ਸੂਫੀਆਂ ਨੇ ਅਕਸਰ ਧਾਰਮਿਕ ਯਾਤਰਾਵਾਂ ਦੇ ਦੌਰਾਨ ਹੀ ਪ੍ਰਚਾਰ ਕੀਤਾ। ਇਹਨਾਂ ਦੀ ਨਾ ਕੋਈ ਵੱਡੀ ਜਥੇਬੰਦੀ ਸੀ ਅਤੇ ਨਾ ਹੀ ਕੋਈ ਨਿਸ਼ਚਿਤ ਟਿਕਾਣਾ। ਮੁੱਢਲੇ ਸੂਫੀ ਇਸਲਾਮੀ ਤਸੱਵੁਫ ਦੇ ਰੂਹਾਨੀ ਅਨੁਭਵ ਤੇ ਹੀ ਜ਼ੋਰ ਦਿਆ ਕਰਦੇ ਸਨ। ਸਿਧਾਂਤਕ ਜਾਂ ਪ੍ਰਚਾਰਕ ਰੁਚੀ ਨਹੀਂ ਸੀ ਰੱਖਿਆ ਕਰਦੇ। ਉਹ ਮੁਰੀਦਾਂ ਨੂੰ ਕੇਵਲ ਆਤਮਿਕ ਰਸਤਾ ਦੱਸ ਸਕਦੇ ਸਨ, ਪਰ ਮਾਰਗ ਦਾ ਅਨੁਭਵ ਖੁਦ ਮੁਰੀਦ ਨੂੰ ਆਪ ਕਰਨਾ ਪੈਂਦਾ ਸੀ। ਬਗਦਾਦ ਨਿਵਾਸੀ ਇਮਾਮ ਅਬ ਹਮੀਦ ਮੁਹੰਮਦ ਅਲ ਗੰਜ਼ਾਲੀ 1059 ਤੋਂ 1111 ਈਸਵੀ ਦੇ ਦਰਮਿਆਨ ਇਸ ਵਰਗੇ ਸੂਫੀ ਸਿਧਾਂਤਕਾਰਾਂ ਨੇ ਕੁਰਾਨੀ ਫਲਸਫੇ ਦੀ ਪੁਨਰ ਵਿਆਖਿਆ ਕਰਕੇ ਸਾਧਨ ਮਾਰਗ ਵਿੱਚ ਮੁਰਸ਼ਿਦ ਦੀ ਸਿੱਖਿਆ ਅਤੇ ਕਿਰਪਾ ਦੀ ਲੋੜ ਤੇ ਮਹੱਤਵ ਸਮਝਾਇਆ। ਇਮਾਮ ਅਬੂ ਹਮੀਦ ਅਲ ਗੰਜ਼ਾਲੀ ਦੇ ਜ਼ੋਰਦਾਰ ਪ੍ਰਚਾਰ ਦੇ ਕਾਰਨ ਸੂਫੀਆਂ ਦੇ ਵਿੱਚ ਖੁੱਲ੍ਹੇਆਮ ਪੀਰੀ ਮੁਰੀਦੀ ਪਰੰਪਰਾ ਨੂੰ ਮਾਨਤਾ ਮਿਲ ਗਈ। ਇਸ ਪਰੰਪਰਾ ਦੇ ਵਿਰੋਧ ਕਰ ਰਹੇ ਮੁੱਲੇ ਮੁਲਾਣਿਆਂ ਅਤੇ ਸ਼ਾਸਕਾਂ ਨੂੰ ਚੁੱਪ ਹੋਣਾ ਪਿਆ। 11ਵੀਂ ਸਦੀ ਇਸਲਾਮ ਅਤੇ ਸੂਫੀਵਾਦ ਦੇ ਇਤਿਹਾਸ ਨੂੰ ਨਵਾਂ ਮੋੜ ਦੇਣ ਵਾਲੀ ਸਦੀ ਸਵੀਕਾਰ ਕੀਤੀ ਜਾਂਦੀ ਹੈ। ਇਸ ਤੋਂ ਬਾਅਦ 1173 ਈਸਵੀ ਦੇ ਵਿੱਚ ਸ਼ੇਖ ਫਰੀਦ ਦੇ ਜਨਮ ਦੇ ਨਾਲ ਸੂਫੀਵਾਦ ਵਿੱਚ ਹੋਰ ਪਕਿਆਈ ਅਤੇ ਪੁਖਤਗੀ ਆਈ। ਸ਼ੇਖ ਫਰੀਦ ਅਤੇ ਇਸ ਤੋਂ ਬਾਅਦ ਹੋਣ ਵਾਲੇ ਸੂਫੀ ਕਵੀਆਂ ਨੇ ਸਾਦਗੀ, ਨਿਮਰਤਾ, ਰੱਬ ਦੀ ਰਜ਼ਾ ਵਿੱਚ ਰਹਿਣਾ ਅਤੇ ਆਪਣੇ ਗੁਰੂ ਦੇ ਦੱਸੇ ਰਾਹਾਂ ਤੇ ਚੱਲਣ ਦਾ ਜ਼ਿਕਰ ਆਪਣੀ ਬਾਣੀ ਜਾਂ ਸ਼ਾਇਰੀ ਦੇ ਵਿੱਚ ਕੀਤਾ। ਇਸ ਸੀਰੀਜ਼ ਦੇ ਵਿੱਚ ਸੂਫੀਵਾਦ ਅਤੇ ਮਸਤੀ ਭਰੇ ਜੀਵਨ ਵਿੱਚ ਵਿਚਰੇ ਉਹਨਾਂ ਸਾਰੇ ਸੂਫੀ ਕਵੀਆਂ ਬਾਰੇ ਬਹੁਤ ਨੇੜੇ ਤੋਂ ਜਾਣਾਂਗੇ, ਕਿਉਂਕਿ ਸੂਫੀ ਸਾਰੇ ਪਾਈ ਜਾਂਦੇ ਰੌਲਾ, ਕੋਈ ਸੂਫੀ ਦੀ ਡੂੰਘਾਈ ਨੂੰ ਨਹੀਂ ਮਾਪਦਾ। ਮੈਂ ਕੀ ਜਾਣਦਾ ਤਰੀਕਤਾਂ ਹਕੀਕਤਾਂ ਫਕੀਰੀ, ਮੈਨੂੰ ਪਤਾ ਨਹੀਂ ਜੀ ਹਾਲੇ ਖੁਦ ਆਪ ਦਾ।